हेलो स्टूडेंट्स, वेलकम टू ऑनलाइन क्लास ऑफ बिजनेस स्टडीज़ ऑफ +1 कॉमर्स। ਅੱਜ ਆਪਾਂ ਚੈप्टर 12 ਦਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਕਾइंड्स ऑफ फायर इंश्योरेंस पॉलिसी। स्टूडेंट्स, इस टॉपिक 'ਚ ਤੁਸੀਂ ਪਹਿਲਾਂ ਸਿਰਫ फायर इंश्योरेंस ਦਾ मीनिंग ਕਰੋਗੇ, ਦੈਨ ਉਸ ਤੋਂ ਬਾਅਦ ਉਹਦੀਆਂ ਕਾइंड्स ਕਰੋਗੇ। फायर इंश्योरेंस ਦਾ ਕੀ ਮਤਲਬ ਹੁੰਦਾ ਹੈ? ਆਪਾਂ ਬਿਜ਼ਨਸ 'ਚ ਰਿਸਕ ਹੁੰਦਾ ਹੈ ਕਿ ਫਾਇਰ ਲੱਗਣ ਨਾਲ ਕੋਈ ਵੀ ਨੁਕਸਾਨ ਹੋ ਸਕਦਾ ਹੈ, ਤਾਂ ਉਹਦੇ ਲਈ ਜਿਹੜੀ ਆਪਾਂ ਇੰਸ਼ੋਰੈਂਸ ਕਰਵਾਉਂਦੇ ਹਾਂ ਉਹਨੂੰ ਫਾਇਰ ਇੰਸ਼ੋਰੈਂਸ ਕਹਿੰਦੇ ਆ। ਔਰ ਫਾਇਰ ਇੰਸ਼ੋਰੈਂਸ ਦੇ ਕੇਸ 'ਚ ਕੰਪਨੀ ਬਿਜ਼ਨਸਮੈਨ ਨੂੰ ਲਾਇਬਲ ਸਿਰਫ ਤਾਂ ਹੋਏਗੀ ਜੇ ਬਿਜ਼ਨਸਮੈਨ ਦਾ ਨੁਕਸਾਨ ਹੋ ਰਿਹਾ ਔਰ ਉਹ ਫਾਇਰ ਲੱਗਣ ਕਰਕੇ ਹੋ ਰਿਹਾ, ਤਾਂ ਉਹਦੇ ਲਈ ਅਗਰ ਉਹਨੇ ਫਾਇਰ ਇੰਸ਼ੋਰੈਂਸ ਕਰਵਾਈ ਹੋਏਗੀ ਤਾਂ ਇੰਸ਼ੋਰੈਂਸ ਕੰਪਨੀ ਉਹਨੂੰ ਉਹਦਾ ਕਲੇਮ ਪੇ ਕਰੇਗੀ ਜਿੰਨਾ ਉਹਦਾ ਨੁਕਸਾਨ ਹੋਇਆ। ਅੱਗੇ ਹੈ ਕਾइंड्स ऑफ फायर इंश्योरेंस। फायर इंश्योरेंस ਦੀਆਂ ਟਾਈਪਸ डिसाइड ਕਰਨ ਤੋਂ ਪਹਿਲਾਂ ਹਰ ਬੰਦਾ ਆਪਣੀ ਸਿਚੁਏਸ਼ਨ ਦੇਖ ਕੇ ਚੱਲਦਾ ਹੈ, ਉਹਦੇ ਅਕੋਰਡਿੰਗ ਉਹ ਡਿਸਾਈਡ ਕਰਦਾ ਕਿ ਮੈਂ ਵੇਰੀਅਸ ਟਾਈਪਸ 'ਚੋਂ ਕਿਹੜੀ ਪੋਲਿਸੀ ਅਡੋਪਟ ਕਰਨੀ ਹੈ। ਤਾਂ ਉਹ ਕਿਹੜੇ ਫੈਕਟਰਸ ਨੂੰ ਕੰਸੀਡਰ ਕਰਕੇ ਚੱਲੇਗਾ? ਸਭ ਤੋਂ ਪਹਿਲਾਂ ਉਹ ਦੇਖੇਗਾ ਕਿ ਟਾਈਪ ਆਫ ਰਿਸਕ ਕਿਹੜਾ ਇਨਵੋਲਵ ਹੈ, ਪ੍ਰੋਪਰਟੀ ਕਿੱਦਾਂ ਦੀ ਹੈ ਜਿਹਦੀ ਉਹ ਇੰਸ਼ੋਰੈਂਸ ਕਰਵਾਉਣ ਲੱਗਾ, ਉਹਦੀ ਪ੍ਰੋਪਰਟੀ ਦੇ ਕੰਟੈਂਟਸ ਕਿਹੜੇ ਕਿਹੜੇ ਹੈ, ਜਿਹੜੀ ਆਕੂਪੇਸ਼ਨ 'ਚ ਉਹ ਹੈਗਾ ਉਹ 'ਚ ਕਿਹੜਾ ਕਿਹੜਾ ਖਤਰਾ ਹੈ ਜਾਂ ਕਿਸ ਹੱਦ ਤੱਕ ਐਕਸਪੋਜਰ ਹੋ ਸਕਦਾ ਹੈ। ਦੈਨ ਟਾਈਮ ਐਲੀਮੈਂਟ, ਬਾਕੀ ਟਾਈਮ ਨੂੰ ਦੇਖਦੇ ਹੋਏ ਡਿਸਾਈਡ ਕਰਦਾ ਹੈ ਹਰ ਬਿਜ਼ਨਸਮੈਨ ਕਿ ਮੈਂ ਇਹਨਾਂ ਟਾਈਪਸ 'ਚੋਂ ਕਿਹੜੀ ਟਾਈਪ ਦੀ ਫਾਇਰ ਇੰਸ਼ੋਰੈਂਸ ਕਰਵਾਉਣੀ ਹੈ। ਸਭ ਤੋਂ ਪਹਿਲੀ ਟਾਈਪ ਹੈ ਵੈਲਿਊਡ ਪੋਲਿਸੀ। ਵੈਲਿਊਡ ਪੋਲਿਸੀ 'ਚ ਜਦੋਂ ਆਪਾਂ ਪੋਲਿਸੀ ਕਰਵਾਉਂਦੇ ਹਾਂ ਉਸੇ ਟਾਈਮ 'ਤੇ ਡਿਸਾਈਡ ਕਰ ਲਿਆ ਜਾਂਦਾ ਕਿ ਇੰਸ਼ੋਰੈਂਸ ਕੰਪਨੀ ਅਗਰ ਨੁਕਸਾਨ ਹੋ ਗਿਆ ਤਾਂ ਕਿੰਨੀ ਪੇਮੈਂਟ ਕਰੇਗੀ। ਮੀਨਸ ਇਹਦੇ 'ਚ ਨੁਕਸਾਨ ਹੋਣ ਤੋਂ ਬਾਅਦ ਨਹੀਂ ਦੇਖਿਆ ਜਾਏਗਾ ਕਿ ਕਿੰਨਾ ਨੁਕਸਾਨ ਹੋਇਆ, ਜੋ ਪੋਲਿਸੀ ਦੀ ਵੈਲਿਊ ਹੈ ਉਹ ਇੰਸ਼ੋਰੈਂਸ ਕਰਵਾਉਣ ਲੱਗਿਆਂ ਹੀ ਡਿਸਾਈਡ ਕਰ ਲਈ ਜਾਏਗੀ ਕਿ ਜੇ ਕੱਲ੍ਹ ਨੂੰ ਬਿਜ਼ਨਸਮੈਨ ਨੂੰ ਫਾਇਰ ਹੋਣ ਕਰਕੇ ਨੁਕਸਾਨ ਹੋ ਗਿਆ ਤਾਂ ਇੰਸ਼ੋਰੈਂਸ ਕੰਪਨੀ ਇੰਨੀ ਅਮਾਊਂਟ ਨਾਲ ਉਹਦੀ ਲਾਇਬਲ ਹੋਏਗੀ। ਨੈਕਸਟ ਟਾਈਪ ਇਜ਼ ਸਪੈਸੀਫਿਕ ਪੋਲਿਸੀ। ਅੰਡਰ ਦਿਸ ਪੋਲਿਸੀ ਰਿਸਕ ਇੰਸ਼ੋਰਡ ਫॉर ਅ ਸਪੈਸੀਫਿਕ ਸਮ, ਮਤਲਬ ਇਹਦੇ 'ਚ ਆਪਾਂ ਪਰਟੀਕੂਲਰ ਅਮਾਊਂਟ ਦੀ ਇੰਸ਼ੋਰੈਂਸ ਕਰਵਾਉਂਦੇ ਹਾਂ। ਲਾਈਕ ਮੰਨ ਲਓ ਆਪਾਂ 50,000 ਦੀ ਇੰਸ਼ੋਰੈਂਸ ਕਰਵਾਈ ਹੈ, ਅਗਰ ਸਾਡਾ ਨੁਕਸਾਨ 50,000 ਤੋਂ ਘੱਟ ਹੋ ਰਿਹਾ ਹੈ ਤਾਂ ਸਾਨੂੰ ਪੂਰਾ ਕਲੇਮ ਮਿਲ ਜਾਏਗਾ, ਪਰ ਜੇ ਸਾਡਾ ਨੁਕਸਾਨ 50,000 ਤੋਂ ਕ੍ਰੋਸ ਹੋ ਜਾਂਦਾ ਹੈ ਤਾਂ ਸਾਡੇ ਪੋਲਿਸੀ ਦੀ ਮੈਕਸਿਮਮ ਲਿਮਿਟ 50,000 ਹੈ, ਕੰਪਨੀ ਸਾਨੂੰ 50,000 ਤੋਂ ਜ਼ਿਆਦਾ ਪੇ ਨਹੀਂ ਕਰੇਗੀ। ਇਹਦੇ 'ਚ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਆਪਾਂ 50,000 ਦੀ ਇੰਸ਼ੋਰੈਂਸ ਲਈ 80,000 ਦੀ ਪ੍ਰੋਪਰਟੀ ਲਈ, ਅਤੇ ਪਰ ਨੁਕਸਾਨ ਜਦੋਂ ਹੋਇਆ ਸਾਡਾ 40,000 ਦਾ ਹੋਇਆ ਤਾਂ ਇੰਸ਼ੋਰੈਂਸ ਕੰਪਨੀ ਸਾਨੂੰ ਪੂਰਾ ਨੁਕਸਾਨ ਦੇ ਦੇਗੀ, ਕਿਉਂਕਿ ਇਹ ਵਿਦਿਨ ਲਿਮਿਟ ਆ ਰਿਹਾ। ਸਾਡੀ ਲਿਮਿਟ ਹੈਗੀ ਹੈ ਮੈਕਸਿਮਮ 50,000, ਅਤੇ ਅਗਰ ਸਾਡਾ ਨੁਕਸਾਨ 50,000 ਤੋਂ ਐਕਸੀਡ ਹੋ ਗਿਆ, 60,000 ਦਾ ਨੁਕਸਾਨ ਹੋ ਗਿਆ, ਫਿਰ ਕੰਪਨੀ ਸਾਨੂੰ 50,000 ਹੀ ਦੇਗੀ, ਕਿਉਂਕਿ ਕੰਪਨੀ ਨੇ ਕਮਿਟਮੈਂਟ ਮੈਕਸਿਮਮ 50,000 ਦੀ ਹੀ ਕੀਤੀ ਹੈ। ਨੈਕਸਟ ਇਜ਼ ਐਵਰੇਜ ਪੋਲਿਸੀ। ਐਵਰੇਜ ਪੋਲਿਸੀ ਹੁੰਦਾ ਹੈ ਕਿ ਅਗਰ ਆਪਾਂ ਵੱਧ ਪ੍ਰੋਪਰਟੀ ਲਈ ਘੱਟ ਪੈਸੇ ਦੀ ਇੰਸ਼ੋਰੈਂਸ ਕਰਵਾ ਰਹੇ ਹਾਂ ਔਰ ਐਵਰੇਜ ਪੋਲਿਸੀ ਦੇ ਨਾਮ ਤੋਂ ਇੰਸ਼ੋਰੈਂਸ ਕਰਵਾ ਰਹੇ ਹਾਂ, ਫਿਰ ਕੰਪਨੀ ਫਾਰਮੂਲਾ ਲਗਾ ਕੇ ਪ੍ਰਪੋਰਸ਼ਨੇਟ ਦੇ ਬੇਸ 'ਤੇ ਸਾਨੂੰ ਕਲੇਮ ਪ੍ਰੋਵਾਈਡ ਕਰੇਗੀ। ਮੰਨ ਲਓ ਆਪਾਂ 20,000 ਦੀ ਪ੍ਰੋਪਰਟੀ 50,000 ਦੀ ਪ੍ਰੋਪਰਟੀ ਲਈ 20,000 ਦੀ ਇੰਸ਼ੋਰੈਂਸ ਕਰਵਾ ਰਹੇ ਹਾਂ ਅਤੇ ਸਾਡਾ ਨੁਕਸਾਨ 15,000 ਹੋਇਆ, ਤਾਂ ਅਸੀਂ 50,000 ਨੂੰ ਡਿਵਾਈਡ ਕਰਾਂਗੇ 30,000 ਨਾਲ, ਜੋ ਇੰਸ਼ੋਰੈਂਸ ਦੀ ਵੈਲਿਊ ਹੈ ਉੱਪਰ ਆਏਗੀ, ਅਪੋਨ ਜਿੰਨੀ ਦੀ ਸਾਡੀ ਪ੍ਰੋਪਰਟੀ ਸੀ ਉਹ ਸਾਡਾ ਡਿਨੋਮੀਨੇਟਰ ਬਣੇਗੀ। ਸਟੂਡੈਂਟਸ ਦੇਖੋ, ਜੋ ਪੋਲਿਸੀ ਦੀ ਅਮਾਊਂਟ ਹੈ 20,000 ਉਹ ਆਏਗੀ ਉੱਪਰ। 20,000 ਦੀ ਪੋਲਿਸੀ ਅਸੀਂ ਕਿੰਨੀ ਪ੍ਰੋਪਰਟੀ ਲਈ ਕਰਵਾਈ ਹੈ? 50,000, ਤਾਂ 50,000 ਨਾਲ ਆਪਾਂ ਉਹਨੂੰ ਡਿਵਾਈਡ ਕਰਾਂਗੇ 20,000 ਨੂੰ, ਮਲਟੀਪਲਾਈ ਕਰਾਂਗੇ ਜਿੰਨੇ ਦਾ ਸਾਡਾ ਐਕਚੁਅਲ ਨੁਕਸਾਨ ਹੋਇਆ। ਸਾਡਾ ਨੁਕਸਾਨ ਹੋਇਆ 15,000 ਦਾ, ਸੋ ਆਪਾਂ 15,000 ਨਾਲ ਉਹਨੂੰ ਮਲਟੀਪਲਾਈ ਕਰ ਦਾਂਗੇ, ਜੋ ਵੈਲਿਊ ਆਏਗੀ ਇੰਸ਼ੋਰੈਂਸ ਕੰਪਨੀ ਸਾਨੂੰ ਓਨਾ ਹੀ ਕਲੇਮ ਪ੍ਰੋਵਾਈਡ ਕਰੇਗੀ। ਸੋ ਇਹਦੇ 'ਚ ਇੰਸ਼ੋਰੈਂਸ ਕੰਪਨੀ ਐਵਰੇਜ ਲਗਾ ਕੇ ਫਿਰ ਕਲੇਮ ਦਿੰਦੀ ਹੈ। ਨੈਕਸਟ ਇਜ਼ ਫਲੋਟਿੰਗ ਪੋਲਿਸੀ। ਅਗਰ ਸਾਡੇ ਗੁਡਸ ਅਲੱਗ ਪਏ ਹੋਏ ਹੈ ਤਾਂ ਜਿਹੜਾ ਇੰਸ਼ੋਰਰ ਹੈ, ਇੰਸ਼ੋਰਡ ਜਿਹਨੇ ਇੰਸ਼ੋਰੈਂਸ ਲੈਣੀ ਹੈ, ਉਹ ਪਰਸਨ ਫਲੋਟਿੰਗ ਪੋਲਿਸੀ ਲੈ ਸਕਦਾ ਹੈ ਆਪਣੇ ਖਿੰਡੇ ਹੋਏ ਇੱਧਰ ਉੱਧਰ ਪਏ ਗੁਡਸ ਦੀ। ਇਹ ਵਾਲੀ ਇੰਸ਼ੋਰੈਂਸ ਪੋਲਿਸੀ ਉਹਨਾਂ ਲੋਕਾਂ ਲਈ ਸਕਸੈਸਫੁਲ ਹੈ ਜਿਹੜੇ ਇੰਪੋਰਟ ਜਾਂ ਐਕਸਪੋਰਟ ਦਾ ਕੰਮ ਕਰਦੇ ਹੈ, ਕਿਉਂਕਿ ਉਹਨਾਂ ਦੇ ਗੁਡਸ ਅਲੱਗ-ਅਲੱਗ ਵੇਅਰ ਹਾਊਸਿਸ 'ਚ ਪਏ ਹੁੰਦੇ ਹੈ, ਤਾਂ ਉਹਨਾਂ ਨੂੰ ਅਲੱਗ-ਅਲੱਗ ਗੁਡਸ ਲਈ ਸੈਪਰੇਟਲੀ ਇੰਸ਼ੋਰੈਂਸ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਇਨਫੈਕਟ ਉਹ ਸਾਰੇ ਗੁਡਸ ਦੀ ਕੰਬਾਈਨਡ ਇਕੱਠੀ ਇੰਸ਼ੋਰੈਂਸ ਫਲੋਟਿੰਗ ਪੋਲਿਸੀ ਦੇ ਨਾਮ ਤੋਂ ਕਰਵਾ ਸਕਦਾ ਹੈ। ਨੈਕਸਟ ਹੈ ਕੰਪਰੀਹੈਂਸਿਵ ਪੋਲਿਸੀ। ਅਗਰ ਆਪਾਂ ਹਰ ਤਰ੍ਹਾਂ ਦਾ ਰਿਸਕ ਕਵਰ ਕਰਨ ਲਈ ਪੋਲਿਸੀ ਲੈਣਾ ਚਾਹੁੰਦੇ ਹਾਂ, ਜਿਵੇਂ ਬੇਸ਼ੱਕ ਫਾਇਰ ਨਾਲ ਨੁਕਸਾਨ ਹੋ ਜੇ, ਐਕਸਪਲੋਜਨ ਨਾਲ ਜਾਂ ਲਾਈਟਨਿੰਗ ਨਾਲ ਜਾਂ ਬਰਗਲਰੀ ਮਤਲਬ ਚੋਰੀ ਨਾਲ ਜਾਂ ਦੰਗਿਆਂ ਕਰਕੇ, ਮੀਨਸ ਕਿਸੇ ਵੀ ਰੀਜ਼ਨ ਕਰਕੇ ਨੁਕਸਾਨ ਹੋ ਰਿਹਾ, ਅਸੀਂ ਹਰ ਤਰ੍ਹਾਂ ਦੇ ਰਿਸਕ ਲਈ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹਾਂ ਤਾਂ ਉਹ ਪੋਲਿਸੀ ਹੁੰਦੀ ਹੈ
ਕੰਪਰੀਹੈਂਸਿਵ ਪੋਲਿਸੀ। ਨੈਕਸਟ ਇਜ਼ ਕੌਨਸੀਕੁਐਂਸ਼ੀਅਲ ਲਾਸ ਪੋਲਿਸੀ। ਸਟੂਡੈਂਟਸ ਦੇਖੋ ਜਦੋਂ ਫਾਇਰ ਹੁੰਦੀ ਹੈ ਉਹਦੇ ਨਾਲ ਜਿਹੜੇ ਗੁੱਡਸ ਸਾਡੇ ਗਏ ਹੈ ਉਹ ਨੁਕਸਾਨ ਸਾਡਾ ਗੁੱਡਸ ਦੀ ਕੋਸਟ ਦਾ ਤਾਂ ਹੋਇਆ ਹੀ ਹੋਇਆ, ਪਲੱਸ ਅਸੀਂ ਉਹ ਗੁੱਡਸ ਤੋਂ ਪ੍ਰੋਫਿਟ ਵੀ ਕਮਾਉਣਾ ਸੀ ਤਾਂ ਸਾਡੇ ਪ੍ਰੋਫਿਟ ਦਾ ਵੀ ਲਾਸ ਹੁੰਦਾ ਹੈ। ਤਾਂ ਅਗਰ ਅਸੀਂ ਆਪਣੇ ਪ੍ਰੋਫਿਟ ਮਾਰਜਿਨ ਦੀ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹਾਂ ਤਾਂ ਉਹਨੂੰ ਕਹਿੰਦੇ ਆ ਕੌਨਸੀਕੁਐਂਸ਼ੀਅਲ ਲਾਸ ਪੋਲਿਸੀ। ਲਾਸਟ ਇਜ਼ ਰਿਪਲੇਸਮੈਂਟ ਪੋਲਿਸੀ। ਇਹਦੇ 'ਚ ਆਪਾਂ ਮੰਨ ਲਓ ਕੋਈ ਆਪਣਾ ਫਿਕਸ ਐਸਟ ਹੈ ਜਿਹਦੇ 'ਤੇ ਡੈਪਰੀਸੀਏਸ਼ਨ ਪੈ ਰਹੀ ਹੈ, ਅਸੀਂ ਚਾਹੁੰਦੇ ਹਾਂ ਕਿ ਜਦੋਂ ਉਹ ਐਸਟ ਸਾਡਾ ਬਿਲਕੁਲ ਡੰਪ ਹੋ ਜੇ ਤਾਂ ਉਸ ਟਾਈਮ 'ਤੇ ਸਾਨੂੰ ਹੋਰ ਪੈਸਾ ਪੱਲਿਓ ਨਾ ਪਾਉਣਾ ਪਏ। ਇਨਫੈਕਟ ਇੰਸ਼ੋਰੈਂਸ ਕੰਪਨੀ ਵੱਲੋਂ ਜਿੰਨੀ ਐਡੀਸ਼ਨ ਹੋ ਰਹੀ ਹੈ ਉਹ ਪੈਸੇ ਪਾ ਕੇ ਸਾਨੂੰ ਨਵਾਂ ਪ੍ਰੋਡਕਟ ਨਵਾਂ ਐਸਟ ਪੁਰਾਣੇ ਐਸਟ ਨਾਲ ਰਿਪਲੇਸ ਕਰਤਾ ਜਾਏ ਤਾਂ ਉਹਦੇ ਲਈ ਆਪਾਂ ਇੰਸ਼ੋਰੈਂਸ ਕਰਵਾ ਸਕਦੇ ਹਾਂ ਰਿਪਲੇਸਮੈਂਟ ਪੋਲਿਸੀ। ਇਹਦੇ 'ਚ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਸਿਰਫ ਪ੍ਰੀਮੀਅਮ ਭਰਨਾ ਹੈ, ਉਹਦੇ ਬਦਲੇ 'ਚ ਜਦੋਂ ਸਾਡਾ ਪੁਰਾਣਾ ਐਸਟ ਰਿਪਲੇਸ ਕਰਨਾ ਹੋਏਗਾ ਅਸੀਂ ਨਿਊ ਐਸਟ ਨਾਲ ਉਸ ਟਾਈਮ 'ਤੇ ਜਿੰਨੇ ਪੈਸੇ ਪੈਣਗੇ ਉਹ ਇੰਸ਼ੋਰੈਂਸ ਕੰਪਨੀ ਪਾਏਗੀ। So these are the various types of fire insurance. That's it for today, students. Thank you and have a nice day.